ਸਾਰਿਆਂ ਨੂੰ, ਮੇਰਾ ਨਾਮ ਹੈ ਮਨਵੀਨ ਤੇ ਅੱਜ ਅਸੀਂ ਹਾਜ਼ਰ ਹਾਂ ਆਇਲਸ ਪੰਜਾਬੀ ਵਿੱਚ ਦੀ ਦੂਜੀ ਵੀਡੀਓ ਲੈ ਕੇ। ਜੀ ਇਹ ਅਸੀਂ ਲੜੀ ਚਲਾ ਰਹੇ ਹਾਂ ਜਿਹਦੇ ਵਿੱਚ ਤੁਹਾਨੂੰ ਆਇਲਸ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਪੰਜਾਬੀ 'ਚ। ਤੇ ਕੱਲ ਅਸੀਂ ਜਿਵੇਂ ਕਿ ਜ਼ਿਕਰ ਕੀਤਾ ਸੀ ਆਇਲ ਦੀ ਮੁੱਢਲੀ ਕੁਝ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਸੀ। ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਆਇਲਸ ਦੇ ਭਾਗਾਂ ਬਾਰੇ, ਮੋਡਿਊਲਸ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਆਇਲਸ ਦੇ ਵਿੱਚ ਕਿੰਨੇ ਮੋਡਿਊਲਸ ਨੇ ਤੇ ਉਹਨਾਂ ਨੂੰ ਕਿੱਦਾਂ ਕਿੱਦਾਂ ਉਹਨਾਂ ਦਾ ਪੇਪਰ ਲਿਆ ਜਾਂਦਾ ਹੈ ਤੇ ਤੁਸੀਂ ਉਹਨਾਂ ਦੀ ਤਿਆਰੀ ਕਿੱਦਾਂ ਕਰ ਸਕਦੇ ਹੋ। ਉਹ 4 ਮੋਡਿਊਲਸ ਹੁੰਦੇ ਆ ਜੀ। ਚਵਾਂ ਬਾਰੇ ਅੱਜ ਤੁਹਾਨੂੰ ਇਸ ਵੀਡੀਓ ਵਿੱਚ ਅਸੀਂ ਜਾਣਕਾਰੀ ਦੇਵਾਂਗੇ ਤੇ ਚਲੋ ਵੀਡੀਓ ਵੇਖਦੇ ਹਾਂ। ਹਾਂਜੀ, ਤਾਂ ਪਹਿਲਾ ਜਿਹੜਾ ਮੋਡਿਊਲ ਆ ਉਹ ਹੁੰਦਾ ਜੀ ਲਿਸਨਿੰਗ ਦਾ। ਲਿਸਨਿੰਗ ਵਿੱਚ ਕੀ ਹੁੰਦਾ ਆ, ਤੁਹਾਨੂੰ 30 ਮਿੰਟ ਦਿੱਤੇ ਜਾਂਦੇ ਆ ਤੇ 40 ਪ੍ਰਸ਼ਨ ਹੁੰਦੇ ਆ ਜਿਹੜੇ ਜਿਨ੍ਹਾਂ ਦੇ ਤੁਸੀਂ ਜਵਾਬ ਦੇਣੇ ਹੁੰਦੇ ਆ। ਤਾਂ ਇਹਨੂੰ ਵੀ 4 ਹਿੱਸਿਆਂ ਵਿੱਚ ਵੰਡਿਆ ਹੁੰਦਾ ਉਹਨਾਂ ਨੇ। 4 ਹਿੱਸਿਆਂ ਵਿੱਚ 10-10 ਪ੍ਰਸ਼ਨ ਵੰਡੇ ਹੁੰਦੇ ਆ ਤੇ ਤੁਹਾਡੇ ਕੋਲ ਕੁੱਲ 30 ਮਿੰਟ ਹੁੰਦੇ ਆ ਜਿਨ੍ਹਾਂ ਵਿੱਚ ਤੁਸੀਂ ਜਵਾਬ ਦੇਣੇ ਹੁੰਦੇ ਆ। ਇਹ 'ਚ ਕੀ ਹੁੰਦਾ ਆ ਜੀ, ਤੁਹਾਨੂੰ ਇੱਕ ਸ਼ੀਟ ਦਿੱਤੀ ਜਾਂਦੀ ਆ ਜਿਹਦੇ ਉੱਤੇ ਪ੍ਰਸ਼ਨ ਲਿਖੇ ਹੁੰਦੇ ਆ ਤੇ ਤੁਸੀਂ ਆਪਣਾ ਪੈਨਸਿਲ ਹੱਥ 'ਚ ਰੱਖਣੀ ਹੁੰਦੀ ਆ ਤੇ ਹੈੱਡਫੋਨ ਲਾਏ ਜਾਂਦੇ ਆ। ਹੈੱਡਫੋਨ ਤੇ ਦੋ ਆਪਸ 'ਚ ਜਾਣੇ ਗੱਲ ਕਰਦੇ ਆ ਜਾਂ ਕੋਈ ਰਿਕਾਰਡਿੰਗ ਚਲਾਈ ਜਾਂਦੀ ਆ ਤਾਂ ਉਹਨੂੰ ਤੁਸੀਂ ਬੜੇ ਧਿਆਨ ਨਾਲ ਸੁਣਨਾ ਹੁੰਦਾ। ਜਦੋਂ ਤੁਸੀਂ ਰਿਕਾਰਡਿੰਗ ਸੁਣਦੇ ਹੋ ਤੇ ਤੁਹਾਨੂੰ ਉਹ ਰਿਕਾਰਡਿੰਗ ਦੇ ਵਿੱਚੋਂ ਹੀ ਤੁਹਾਡੇ ਨਾਲ ਤੁਸੀਂ ਆਪਣੇ ਪ੍ਰਸ਼ਨਾਂ ਦਾ ਧਿਆਨ ਰੱਖਣਾ ਕਿ ਕੀ ਪੁੱਛੀ ਰਹੇ ਨੇ। ਉਹ ਪ੍ਰਸ਼ਨਾਂ ਦੇ ਜਵਾਬ ਤੁਹਾਨੂੰ ਉਸ ਰਿਕਾਰਡਿੰਗ 'ਚੋਂ ਹੀ ਮਿਲ ਜਾਂਦੇ ਆ ਜੀ। ਤੇ ਜਿਵੇਂ ਜਿਵੇਂ ਤੁਹਾਨੂੰ ਜਵਾਬ ਮਿਲਦੇ ਜਾਂਦੇ ਆ ਉਵੇਂ ਉਵੇਂ ਤੁਸੀਂ ਉਹ ਜਵਾਬਾਂ ਨੂੰ ਆਪਣੀ ਸ਼ੀਟ ਉੱਤੇ ਲਿਖਣਾ ਹੁੰਦਾ। ਤਾਂ 30 ਮਿੰਟਾਂ ਵਿੱਚ ਆਰਾਮ ਨਾਲ ਤੁਸੀਂ ਇਹ ਸ਼ੀਟ ਤੇ ਆਨਸਰ ਲਿਖ ਕੇ ਸਾਰੇ ਇਹਨਾਂ ਨੂੰ ਫਿਰ ਇੱਕ ਦੂਜੀ ਸ਼ੀਟ ਦੇ ਵਿੱਚ ਵੀ ਦੱਸਣਾ ਹੁੰਦਾ ਜਿਹਦੇ ਤੋਂ ਕਿ ਤੁਹਾਨੂੰ ਨੰਬਰ ਦਿੱਤੇ ਜਾਂਦੇ ਆ। ਮੈਨੂੰ ਉਮੀਦ ਆ ਲਿਸਨਿੰਗ ਤੁਹਾਨੂੰ ਕਲੀਅਰ ਹੋਊਗਾ ਕਿ ਤੁਸੀਂ ਬਸ ਇੱਕ ਜੀ ਹੈੱਡਫੋਨ ਲਾ ਕੇ ਇੱਕ ਰਿਕਾਰਡਿੰਗ ਸੁਣਨੀ ਆ ਤੇ ਉਹ ਰਿਕਾਰਡਿੰਗ ਵਿੱਚ ਤੁਹਾਨੂੰ ਤੁਹਾਡੇ ਪ੍ਰਸ਼ਨਾਂ ਦੇ ਜਵਾਬ ਮਿਲ ਜਾਣਗੇ ਤੇ ਤੁਸੀਂ ਉਹ ਜਵਾਬ ਲੱਭ ਕੇ ਉਹਨਾਂ ਨੂੰ ਆਪਣੀ ਜਿਹੜੀ ਸ਼ੀਟ ਆ ਉਹਦੇ ਉੱਤੇ ਭਰਨਾ ਹੁੰਦਾ। ਠੀਕ ਆ ਜੀ। ਤਾਂ ਇਹਦੇ ਵਿੱਚ ਤੁਹਾਡੀ ਸਭ ਤੋਂ ਜਿਹੜੀ ਮੇਨ ਚੀਜ਼ ਹੈ ਤੁਹਾਨੂੰ ਲੋੜ ਆ ਇਹ 'ਚੋਂ ਨੰਬਰ ਲੈਣ ਲਈ, ਉਹ ਹੁੰਦੀ ਤੁਹਾਡੀ ਇਕਾਗਰਤਾ ਯਾਨੀ ਕੌਨਸਨਟ੍ਰੇਸ਼ਨ। ਤੁਹਾਨੂੰ ਕੌਨਸਨਟ੍ਰੇਸ਼ਨ ਪੂਰਾ ਕਰਨਾ ਪਊਗਾ ਤਾਂ ਕਿ ਤੁਸੀਂ ਆਰਾਮ ਨਾਲ ਰਿਕਾਰਡਿੰਗ ਨੂੰ ਸੁਣੋ, ਆਪਣੇ ਜਵਾਬ ਲੱਭ ਸਕੋ। ਜੇ ਤੁਸੀਂ ਮਾੜਾ ਜਿਹਾ ਵੀ ਧਿਆਨ ਭਟਕਾਇਆ ਇੱਧਰ ਉੱਧਰ ਐਂਡ ਤੁਹਾਡੇ ਜਵਾਬ ਨਿਕਲ ਗਏ ਤਾਂ ਫਿਰ ਤੁਹਾਡੇ ਲਈ ਔਖਾ ਹੋਊਗਾ ਜੀ, ਫਿਰ ਤੁਹਾਡੇ ਨੰਬਰ ਕੱਟਣਗੇ। ਤਾਂ ਇਹ 'ਚ ਸਾਰੀ ਗੱਲ ਜਿਹੜੀ ਉਹ ਕੰਸਨਟ੍ਰੇਸ਼ਨ ਦੀ ਹੁੰਦੀ ਆ, ਤੁਸੀਂ ਬਸ ਧਿਆਨ ਨਾਲ ਸੁਣਨਾ ਹੁੰਦਾ। ਤਾਂ ਜੇ ਦੂਜੇ ਭਾਗ ਤੇ ਚੱਲੀਏ ਤੇ ਉਹ ਹੁੰਦਾ ਜੀ ਰੀਡਿੰਗ। ਰੀਡਿੰਗ ਨੂੰ ਵੀ ਅਗੇਨ 3 ਹਿੱਸਿਆਂ 'ਚ ਵੰਡਿਆ ਜਾਂਦਾ ਆ। 1 ਘੰਟਾ ਤੁਹਾਨੂੰ ਇਹਦੇ ਵਿੱਚ ਦਿੱਤਾ ਜਾਂਦਾ ਆ ਤੇ ਪ੍ਰਸ਼ਨ 40 ਹੀ ਹੁੰਦੇ ਆ। ਹਾਂਜੀ, 3 ਜਿਹੜੇ ਹਿੱਸੇ ਆ ਉਹਨਾਂ ਵਿੱਚ 40 ਪ੍ਰਸ਼ਨਾਂ ਨੂੰ ਵੰਡਿਆ ਜਾਂਦਾ। ਜਿੱਦਾਂ ਪਹਿਲਾ ਜਿਹੜਾ ਹਿੱਸਾ ਉਹਦੇ ਵਿੱਚ ਕੁਝ ਸੌਖਾ ਥੋੜ੍ਹਾ ਹੁੰਦਾ ਆ, ਪ੍ਰਸ਼ਨ ਪੁੱਛੇ ਗਏ ਇੱਕ ਪੈਰਾਗ੍ਰਾਫ ਸੌਖਾ ਹੁੰਦਾ। ਦੂਜਾ ਜਿਹੜਾ ਉਹ ਥੋੜ੍ਹਾ ਠੀਕ ਠਾਕ ਹੁੰਦਾ ਤੇ ਤੀਜਾ ਜਿਹੜਾ ਉਹ ਥੋੜ੍ਹਾ ਔਖਾ ਹੁੰਦਾ ਪਹਿਲੇ ਦੋਹਾਂ ਦੇ ਮੁਕਾਬਲੇ। ਤਾਂ 1 ਘੰਟੇ ਵਿੱਚ ਤੁਸੀਂ 40 ਪ੍ਰਸ਼ਨਾਂ ਦੇ ਜਵਾਬ ਲੱਭਣੇ ਹੁੰਦੇ ਆ। ਇਹ 'ਚ ਤੁਹਾਨੂੰ ਇੱਕ ਪੈਰਾਗ੍ਰਾਫ ਦਿੱਤਾ ਜਾਂਦਾ, ਉਹਨੂੰ ਤੁਸੀਂ ਪੜ੍ਹਨਾ ਆ ਤੇ ਉਹ 'ਚੋਂ ਆਪਣੇ ਜਿਹੜੇ ਪ੍ਰਸ਼ਨਾਂ ਦੇ ਜਵਾਬ ਆ ਉਹ ਲੱਭਣੇ ਆ। ਠੀਕ ਆ ਜੀ। ਤੇ 1 ਘੰਟੇ ਦੇ ਅੰਦਰ ਅੰਦਰ ਤੁਸੀਂ ਇਹ ਸਾਰੇ ਜਵਾਬ ਲੱਭਣੇ ਹੁੰਦੇ। ਹੁਣ 3 ਹਿੱਸਿਆਂ ਨੂੰ ਅਸੀਂ ਅਗਰ ਵੇਖੀਏ ਤਾਂ ਪਹਿਲੇ ਹਿੱਸੇ ਨੂੰ ਮੈਂ ਜਿਹੜਾ ਤੁਸੀਂ ਕਿਹਾ ਕਿ 40 ਪ੍ਰਸ਼ਨਾਂ ਨੂੰ ਤੁਸੀਂ 1 ਘੰਟੇ 'ਚ ਕਰਨਾ, ਕਿੱਦਾਂ ਕਰ ਸਕਦੇ ਹੋ। ਮੇਰੇ ਹਿਸਾਬ ਨਾਲ ਤੁਹਾਨੂੰ ਜਿਹੜਾ ਪਹਿਲਾ ਹਿੱਸਾ ਆ ਕਿਉਂਕਿ ਉਹ ਸੁਖਾਲਾ ਹੁੰਦਾ ਬਾਕੀਆਂ ਦੋਹਾਂ ਨਾਲੋਂ, ਤਾਂ 15 ਮਿੰਟਾਂ ਦੇ ਅੰਦਰ ਤੁਹਾਨੂੰ ਪਹਿਲਾ ਹਿੱਸਾ ਜਿਹੜਾ ਉਹਨੂੰ ਪੂਰਾ ਕਰ ਲੈਣਾ ਚਾਹੀਦਾ ਆ। ਤਾਂ ਦੂਜੇ ਹਿੱਸਾ ਜਿਹੜਾ ਠੀਕ ਠਾਕ ਹੁੰਦਾ ਉਹਨੂੰ ਤੁਸੀਂ 18 ਤੋਂ 20 ਮਿੰਟ ਦੇ ਸਕਦੇ ਹੋ, ਕਿਉਂਕਿ ਪਹਿਲੇ ਤੇ ਦੂਜੇ ਹਿੱਸੇ 'ਚ ਕੀ ਹੁੰਦਾ ਵੀ ਤੁਹਾਨੂੰ ਜਿਹੜੇ ਜਵਾਬ ਆ ਉਹ ਨਾਲ ਦੇ ਨਾਲ ਲੱਭਦੇ ਜਾਂਦੇ ਆ ਪੈਰਾਗ੍ਰਾਫ ਪੜ੍ਹਨ ਤੋਂ, ਹਨਾ, ਤੇ ਬਹੁਤਾ ਅੱਗੇ ਪਿੱਛੇ ਨਹੀਂ ਹੁੰਦੇ। ਪਰ ਤੀਜੇ ਹਿੱਸੇ ਲਈ ਮੇਰਾ ਸਲਾਹ ਆ ਵੀ ਤੁਸੀਂ 25 ਮਿੰਟ ਬਚਾਓ, ਕਿਉਂਕਿ ਜਿਹੜਾ ਤੀਜਾ ਹਿੱਸਾ ਉਹ 'ਚ ਜਵਾਬ ਥੋੜ੍ਹੇ ਔਖੇ ਹੁੰਦੇ ਆ ਤੇ ਉਹ ਤੁਹਾਨੂੰ ਅੱਗੋਂ ਪਿੱਛੋਂ ਲੱਭਦੇ ਆ, ਤੁਹਾਨੂੰ ਇੱਕ ਲੜੀ 'ਚ ਜਵਾਬ ਸਾਰੇ ਨਹੀਂ ਲੱਭਦੇ। ਤਾਂ ਅਗਰ ਤੁਸੀਂ ਇਸ ਤਰੀਕੇ ਦੇ ਨਾਲ ਆਪਣੇ ਮਿੰਟਾਂ ਦਾ ਹਿਸਾਬ ਕਿਤਾਬ ਲਾ ਕੇ ਪੇਪਰ ਕਰਦੇ ਹੋ ਤੇ ਐਂਡ ਤੇ ਤੁਹਾਡੇ ਕੋਲ ਫਿਰ 10 ਤੋਂ 15 ਮਿੰਟ ਬਚ ਜਾਂਦੇ ਆ। ਹੁਣ ਉਹ 10 ਤੋਂ 15 ਮਿੰਟ ਜਿਹੜੇ ਬਚਾਉਣੇ ਉਹ ਕੱਲ੍ਹ ਹੀ ਬਚਾਉਣੇ ਆ। ਉਹਦੇ ਵਿੱਚ ਤੁਸੀਂ ਕੀ ਕਰ ਸਕਦੇ ਆ ਵੀ ਤੁਸੀਂ ਆਪਣਾ ਪੇਪਰ ਦੁਬਾਰਾ ਚੈੱਕ ਕਰ ਸਕਦੇ ਆ ਵੀ ਜਿਹੜੇ ਸਵਾਲਾਂ ਦੇ ਜਵਾਬ ਤੁਸੀਂ ਨਹੀਂ ਲਿਖੇ ਉਹ ਤੁਸੀਂ ਲਿਖ ਸਕਦੇ ਹੋ। ਉਸ ਤੋਂ ਬਾਅਦ ਵਿੱਚੋਂ ਜਿਹੜੇ ਤੁਹਾਨੂੰ ਲੱਗਦਾ ਵੀ ਤੁਸੀਂ ਲਿਖੇ ਆ ਤੁਸੀਂ ਚੈੱਕ ਕਰ ਸਕਦੇ ਹੋ। ਤੁਹਾਡੀਆਂ ਜਿਹੜੀਆਂ ਉੱਤੇ ਪ੍ਰਸ਼ਨਾਂ ਦੇ ਉੱਤੇ ਜਿਹੜੀਆਂ ਹੈਡਿੰਗਾਂ ਹੁੰਦੀਆਂ ਉਹ ਤੁਸੀਂ ਵੇਖ ਸਕਦੇ ਆ ਵੀ ਹਾਂ ਇਹ ਟਰੂ ਫਾਲਸ ਸੀ, ਯੈਸ ਨੋ ਸੀ, ਕਿਵੇਂ ਉਹਦੇ ਹਿਸਾਬ ਨਾਲ ਸਹੀ ਜਵਾਬ ਦਿੱਤੇ ਆ। ਇੱਕ ਬਹੁਤ ਜ਼ਰੂਰੀ ਚੀਜ਼ ਹੁੰਦੀ ਹੈ ਇਹਦੀ ਨੰਬਰਿੰਗ। ਤੁਸੀਂ ਆਪਦਾ ਨੰਬਰਾਂ ਦਾ ਧਿਆਨ ਰੱਖਣਾ ਵੀ ਤੁਹਾਡੀ ਜਿਹੜੀ ਸ਼ੀਟ ਆ ਜਿੱਤੇ ਤੁਸੀਂ ਜਵਾਬ ਲਿਖ ਕੇ ਜਮ੍ਹਾਂ ਕਰਾਉਣੇ ਆ ਉਹਦੇ ਵਿੱਚ ਕੀ ਪ੍ਰਸ਼ਨਾਂ ਦੇ ਨੰਬਰ ਸਹੀ ਪਾਏ ਆ। ਕਿਉਂਕਿ ਕਈ ਵਾਰ ਕੀ ਹੁੰਦਾ ਕਿ ਅਸੀਂ ਜਿਹੜਾ ਇੱਕ ਮੰਨ ਲਓ ਚੌਥਾ ਜਵਾਬ ਤੁਹਾਨੂੰ ਮਿਲਿਆ ਨਹੀਂ, ਠੀਕ ਆ, ਤੁਸੀਂ 5ਵਾਂ ਜਵਾਬ ਲੱਭ ਲਿਆ, ਉਹਨੂੰ ਨਾਲ ਦੇ ਨਾਲ ਆਪਣੀ ਦੂਜੀ ਸ਼ੀਟ 'ਤੇ ਲਿਖੀ ਜਾਂਦੇ ਤਾਂ ਤੁਸੀਂ ਭੁਲੇਖੇ ਨਾਲ 5ਵਾਂ ਜਵਾਬ ਚੌਥੇ ਨੰਬਰ 'ਤੇ ਲਿਖਤਾ ਤੇ ਉਹਦੇ ਨਾਲ ਕੀ ਹੋਊਗਾ ਤੁਹਾਡੇ ਜਵਾਬ ਹੋ ਜਾਣੇ ਗਲਤ ਤੇ ਨੰਬਰ ਨਹੀਂ ਮਿਲਣਗੇ। ਇਸ ਕਰਕੇ ਆਪਣੀ ਨੰਬਰਿੰਗ ਚੈੱਕ ਕਰ ਲੈਣੀ ਹੈ 10-15 ਮਿੰਟਾਂ ਵਿੱਚ ਵੀ ਮੈਂ ਠੀਕ ਲਿਖਿਆ। ਤਾਂ ਆਪਣੇ ਸਾਰੇ ਸਪੈਲਿੰਗ ਚੈੱਕ ਕਰਨੇ ਆ। ਲਿਸਨਿੰਗ ਤੇ ਰੀਡਿੰਗ ਦੋਹਾਂ ਵਿੱਚ ਸਪੈਲਿੰਗਸ ਦਾ ਖਾਸ ਧਿਆਨ ਰੱਖਣਾ ਆ। ਠੀਕ ਆ ਜੀ। ਤੇ ਇਹ ਸਾਰੀਆਂ ਜਿਹੜੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਹੁੰਦੀਆਂ ਇਹ ਤੁਸੀਂ ਆਪਣੇ ਬਚੇ ਹੋਏ ਸਮੇਂ ਵਿੱਚ ਚੈੱਕ ਕਰ ਸਕਦੇ ਹੋ। ਤੇ ਰੀਡਿੰਗ ਮੈਨੂੰ ਉਮੀਦ ਆ ਤੁਹਾਨੂੰ ਸਮਝ ਲੱਗ ਗਈ ਹੋਊਗੀ।
ਫਿਰ ਆਉਂਦਾ ਜੀ ਰਾਈਟਿੰਗ ਟਾਸਕ। ਹੁਣ ਰਾਈਟਿੰਗ ਜਿਹੜਾ ਰਾਈਟਿੰਗ ਲਈ ਵੀ ਤੁਹਾਨੂੰ 1 ਘੰਟਾ ਹੀ ਦਿੱਤਾ ਜਾਂਦਾ ਆ, ਤੇ ਪਰ ਰਾਈਟਿੰਗ ਨੂੰ 2 ਭਾਗਾਂ ਵਿੱਚ ਵੰਡਿਆ ਹੁੰਦਾ। ਇੱਕ ਹੁੰਦਾ ਜੀ, ਇੱਕ ਨੂੰ ਅਸੀਂ ਕਹਿੰਦੇ ਟਾਸਕ 1 ਤੇ ਦੂਜਾ ਹੁੰਦਾ ਟਾਸਕ 2। ਜਿਹੜਾ ਟਾਸਕ 1 ਆ ਉਹ 'ਚ ਤੁਸੀਂ 150 ਅੱਖਰ ਤੱਕ ਲਿਖਣੇ ਹੁੰਦੇ ਆ, ਤੇ ਟਾਸਕ 2 'ਚ 250 ਤੋਂ 270 ਤੱਕ ਲਿਖਣੇ ਹੁੰਦੇ ਆ। ਹੁਣ ਟਾਸਕ 1 ਤੇ ਜਿਹੜਾ ਤੁਹਾਨੂੰ 1 ਘੰਟਾ ਲਿਖਿਆ, ਮੇਰੀ ਸਲਾਹ ਹੈ ਵੀ ਟਾਸਕ 1 ਤੇ ਤੁਸੀਂ 20 ਮਿੰਟ ਲਾਓ, ਤੇ ਉਸ ਤੋਂ ਬਾਅਦ ਚੋਂ ਟਾਸਕ 2 ਨੂੰ ਘੱਟੋ ਘੱਟ 40 ਮਿੰਟ ਦੇਵੋ। ਕਾਰਨ ਕੀ ਹੈ ਜੀ, ਤੁਹਾਨੂੰ ਹਰ ਇੱਕ ਮੋਡਿਊਲ ਦੇ ਬੈਂਡ ਤਾਂ ਮਿਲਦੇ ਹੁੰਦੇ 9, ਤੇ ਹੁਣ ਜਿਹੜੇ ਰਾਈਟਿੰਗ ਦੇ 2 ਟਾਸਕ ਆ ਉਹਨਾਂ ਵਿੱਚ 9 ਬੈਂਡਾਂ ਨੂੰ ਕਿੱਦਾਂ ਵੰਡਿਆ ਗਿਆ, ਟਾਸਕ ਪਹਿਲੇ ਦੇ ਤੁਹਾਨੂੰ 3 ਬੈਂਡ ਮਿਲਦੇ ਆ, ਮਤਲਬ ਤਿੰਨਾਂ ਬੈਂਡਾਂ ਚੋਂ ਮਿਲਦੇ, ਤੁਸੀਂ ਜਿਹੋ ਜਿਹਾ ਵੀ ਆਪਣਾ ਪੇਪਰ ਦਿਓ। ਤੇ ਟਾਸਕ ਜਿਹੜਾ 2 ਆ ਉਹਦੇ ਵਿੱਚ ਤੁਹਾਨੂੰ 6 ਬੈਂਡ ਦਿੱਤੇ ਜਾਂਦੇ ਆ। ਤਾਂ ਤੁਸੀਂ ਵੇਖ ਸਕਦੇ ਹੋ ਵੀ ਟਾਸਕ 2 'ਚ ਤੁਹਾਨੂੰ ਵੱਧ ਬੈਂਡ ਮਿਲ ਰਹੇ ਆ, ਤੇ ਟਾਸਕ 1 'ਚ ਘੱਟ। ਓਵਰਆਲ ਤਾਂ ਤੁਹਾਡੇ ਜੀ 9 ਬੈਂਡਾਂ 'ਚ ਹੀ ਮਿਲਣਾ ਹੈ ਨਾ ਵੀ ਰਾਈਟਿੰਗ 'ਚ ਕਿੰਨੇ ਆਏ, ਤੇ ਮੇਰੀ ਲਾਈਕ ਸਲਾਹ ਆ ਵੀ ਤੁਸੀਂ ਟਾਸਕ 2 ਤੇ ਜ਼ਿਆਦਾ ਧਿਆਨ ਦੇਵੋ। ਠੀਕ ਆ ਜੀ। ਤਾਂ ਟਾਸਕ 2 ਤੇ ਅੱਖਰ ਵੀ ਵੱਧ ਲਿਖਣੇ ਹੁੰਦੇ ਆ, ਉਹਦੇ ਬੈਂਡ ਵੀ ਵੱਧ ਆ, ਤੇ ਉਹਦੇ ਲਈ ਤੁਹਾਨੂੰ ਸਮਾਂ ਵੀ ਵੱਧ ਹੀ ਚਾਹੀਦਾ। ਠੀਕ ਆ। ਤੇ ਹੁਣ ਇਹਨਾਂ ਦੇ ਵਿੱਚ ਵੀ ਕਾਫੀ ਕਿਸਮਾਂ ਹੁੰਦੀਆਂ, ਜਿੰਨਾ ਕਿਸਮਾਂ ਦੇ ਤਰੀਕੇ ਦੇ ਉਹ ਤੁਹਾਨੂੰ ਪ੍ਰਸ਼ਨ ਪੁੱਛ ਸਕਦੇ ਆ ਜੀ। ਜਿਹੜਾ ਟਾਸਕ 1 ਆ ਉਹ 'ਚ 4 ਕਿਸਮਾਂ ਹੁੰਦੀਆਂ। ਇੱਕ ਹੁੰਦਾ ਗ੍ਰਾਫ, ਕਿ ਕਿਸੇ ਤਰੀਕੇ ਦਾ ਤੁਹਾਨੂੰ ਗ੍ਰਾਫ ਦਿੱਤਾ ਹੁੰਦਾ ਆ, ਠੀਕ ਆ, ਕੋਈ ਬਾਰ ਗ੍ਰਾਫ ਵਗੈਰਾ, ਤੇ ਉਹਦੇ ਹਿਸਾਬ ਨਾਲ ਤੁਸੀਂ ਲਿਖਣਾ ਹੁੰਦਾ ਵੀ ਉਹ ਗ੍ਰਾਫ 'ਚ ਕੀ ਦੱਸਿਆ ਗਿਆ ਆ। ਠੀਕ ਆ। ਜਾਂ ਫਿਰ ਕੋਈ ਪਾਈ ਚਾਰਟ ਦਿੱਤਾ ਹੁੰਦਾ ਆ, ਉਹਨੂੰ ਤੁਸੀਂ ਆਪਣਾ ਪੂਰਾ ਡਿਸਕ੍ਰਾਈਬ ਕਰਨਾ ਹੁੰਦਾ ਵੀ ਇਹ 'ਚ ਕੀ ਕੀ ਲਿਖਿਆ ਆ। ਜਾਂ ਕੋਈ ਟੇਬਲ ਆ ਸਕਦੇ ਆ, ਜਿੱਦਾਂ ਕੋਈ ਟਾਈਮ ਟੇਬਲਸ, ਕੋਈ ਡੇਟਸ, ਕੁਛ ਵੀ ਇੱਦਾਂ ਦਾ। ਠੀਕ ਹੈ ਜੀ। ਕੋਈ ਡਾਟਾ ਜਿਹ 'ਚ ਦਿੱਤਾ ਹੋਵੇ ਤਾਂ ਉਹ ਟੇਬਲਸ ਨੂੰ ਤੁਸੀਂ ਐਕਸਪਲੇਨ ਕਰਨਾ ਹੁੰਦਾ। ਜਾਂ ਫਿਰ ਇੱਕ ਡਾਇਗਰਾਮਸ ਹੁੰਦੀਆਂ, ਕੋਈ ਵੀ ਡਾਇਗਰਾਮ ਬਣਾਈ ਹੋਊਗੀ, ਤੁਸੀਂ ਉਹ ਡਾਇਗਰਾਮ ਦੇ ਬਾਰੇ ਸਾਰਾ ਕੁਛ ਵਿਸਤਾਰ ਨਾਲ ਲਿਖਣਾ ਹੁੰਦਾ। ਤਾਂ ਇਹ 4 ਕਿਸਮਾਂ ਆ ਟਾਸਕ 1 ਦੀਆਂ। ਇਹ ਟਾਸਕ 1 ਮੈਂ ਦੱਸ ਰਹੀ ਹਾਂ ਜੀ ਅਕੈਡਮਿਕ ਵਾਲਿਆਂ ਲਈ। ਜਿਹੜੇ ਜਨਰਲ ਆਇਲਸ ਵਾਲੇ ਆ ਉਹਨਾਂ ਨੂੰ ਟਾਸਕ 1 ਦੇ ਵਿੱਚ ਇੱਕ ਚਿੱਠੀ ਪੱਤਰ ਲਿਖਣ ਨੂੰ ਕਿਹਾ ਜਾਂਦਾ। ਉਹ ਕਿਸੇ ਤਰੀਕੇ ਦਾ ਵੀ ਚਿੱਠੀ ਪੱਤਰ ਹੋ ਸਕਦਾ ਆ, ਕਿਸੇ ਵੀ ਵਿਸ਼ੇ ਤੇ ਤੁਸੀਂ ਉਹ ਲਿਖਣਾ ਹੁੰਦਾ ਆ। ਉਹ 'ਚ ਬਸ ਤੁਸੀਂ ਚਿੱਠੀ ਪੱਤਰ ਹੀ ਲਿਖਣਾ ਹੁੰਦਾ। ਇਹ ਜਿਹੜੇ ਬਾਰ ਗ੍ਰਾਫ, ਚਾਰਟ, ਪਾਈ ਚਾਰਟ, ਡਾਇਗਰਾਮਾ, ਇਹ ਸਭ ਅਕੈਡਮਿਕ ਵਾਲਿਆਂ ਨੂੰ ਆਉਂਦਾ ਆ। ਠੀਕ ਆ। ਤੇ ਬਾਕੀ ਟਾਸਕ 2 ਦੀ ਗੱਲ ਕਰੀਏ ਤੇ ਉਹਦੀਆਂ ਵੀ 7 ਕਿਸਮਾਂ। ਹੁਣ ਇਹ ਜਨਰਲ ਤੇ ਅਕੈਡਮਿਕ ਦੋਹਾਂ ਲਈ ਸੇਮ ਹੀ ਆ ਜੀ। ਇਹਦੇ ਵਿੱਚ ਤੁਹਾਨੂੰ ਕੀ ਕੀ ਕਿਸਮਾਂ ਆ ਸਕਦੀਆਂ, ਅਗਰੀ ਡਿਸਐਗਰੀ, ਵੀ ਤੁਸੀਂ ਕਿਸੇ ਗੱਲ ਨਾਲ ਅਗਰੀ ਕਰਦੇ ਹੋ, ਜਾਂ ਡਿਸਐਗਰੀ ਉਹ 'ਤੇ ਪੁੱਛਿਆ ਜਾ ਸਕਦਾ। ਕੋਈ ਸਵਾਲ ਤੁਹਾਨੂੰ ਕਿਤੇ ਫਾਇਦੇ ਜਾਂ ਨੁਕਸਾਨ ਦੱਸਣ ਲਈ ਕਿਹਾ ਜਾ ਸਕਦਾ। ਕੋਈ ਡਿਸਕਸ਼ਨ ਆ ਸਕਦੀ ਹੈ ਜੀ। ਡਾਇਰੈਕਟ ਕੁਐਸਚਨਸ ਹੁੰਦੇ ਕਈ ਵਾਰੀ। ਹੁਣ ਹਾਈਬ੍ਰਿਡ ਆ, ਹਾਈਬ੍ਰਿਡ ਵਿੱਚ ਕੀ ਹੁੰਦਾ ਵੀ 2-3 ਕਿਸਮਾਂ ਜਿਹੜੀਆਂ ਉਹ ਰਲਾਈਆਂ ਹੁੰਦੀਆਂ। ਕੋਈ ਪੋਜ਼ਿਟਿਵ ਨੈਗੇਟਿਵ ਪੁੱਛ ਸਕਦੇ ਆ, ਕਾਜ਼ਜ਼, ਇਫੈਕਟ, ਸੋਲਿਊਸ਼ਨਸ, ਇਹ ਸਾਰਾ ਕੁਛ ਜਿਹੜਾ ਆ ਇਸ ਤਰ੍ਹਾਂ ਦੇ ਪ੍ਰਸ਼ਨ ਜਿਹੜੇ ਤੁਹਾਨੂੰ ਟਾਸਕ 2 ਵਿੱਚ ਪੁੱਛੇ ਜਾਂਦੇ ਆ। ਠੀਕ ਆ ਜੀ। ਮੈਨੂੰ ਉਮੀਦ ਆ ਰਾਈਟਿੰਗ ਵੀ ਤੁਹਾਨੂੰ ਸਮਝ ਲੱਗ ਗਿਆ ਹੋ ਕਿਵੇਂ ਪੇਪਰ ਹੁੰਦਾ। ਤਾਂ ਨੈਕਸਟ ਆਪਾਂ ਵੇਖਦੇ ਹਾਂ ਜੀ ਸਪੀਕਿੰਗ। ਅੱਛਾ, ਸਪੀਕਿੰਗ ਮੋਡਿਊਲ ਜਿਹੜਾ ਆ ਇਹਦੇ ਵਿੱਚ 10 ਤੋਂ 15 ਮਿੰਟ ਦੇ ਵਿੱਚ ਤੁਹਾਡੀ ਸਪੀਕਿੰਗ ਹੋ ਜਾਂਦੀ ਹੈ ਜੀ। ਇਹਦੇ ਵੀ ਅੱਗੇ 3 ਹਿੱਸੇ ਹੀ ਨੇ। ਹੁਣ 3 ਹਿੱਸੇ ਕਿੱਦਾਂ ਨੇ, ਪਹਿਲਾ ਹੁੰਦਾ ਜੀ ਇੰਟਰੋ, ਦੂਜਾ ਹੁੰਦਾ ਕਿਊ ਕਾਰਡ, ਤੇ ਤੀਜਾ ਹੁੰਦਾ ਡਿਸਕਸ਼ਨ। ਹੁਣ ਜਿਹੜਾ ਇੰਟਰੋਡਕਸ਼ਨ ਆ ਉਹਦੇ ਵਿੱਚ ਤੁਸੀਂ 2-3 ਲਾਈਨਾਂ 'ਚ ਜਵਾਬ ਦੇਣਾ ਹੁੰਦਾ, ਚਾਹੇ ਤੁਹਾਨੂੰ ਕੋਈ ਵੀ ਪ੍ਰਸ਼ਨ ਪੁੱਛਿਆ ਜਾਵੇ। ਇਹ 'ਚ ਕਿਸ ਤਰ੍ਹਾਂ ਦੇ ਪ੍ਰਸ਼ਨ ਪੁੱਛੇ ਜਾਂਦੇ ਆ ਜੀ, ਤੁਹਾਡੇ ਬਾਰੇ ਪੁੱਛੇ ਜਾਣਗੇ, ਜਿੱਦਾਂ ਤੁਹਾਡਾ ਨਾਂ ਕੀ ਆ, ਤੁਸੀਂ ਰਹਿੰਦੇ ਕਿੱਥੇ ਹੋ, ਤੁਸੀਂ ਕਿੱਥੋਂ ਪੜ੍ਹੇ ਹੋ, ਤੁਹਾਡੇ ਕੀ ਰੁਚੀਆਂ ਨੇ। ਇਹ ਸਾਰੇ ਸਵਾਲ ਜਿਹੜੇ ਆ ਪਹਿਲੇ ਹਿੱਸੇ ਵਿੱਚ ਯਾਨੀ ਇੰਟਰੋਡਕਸ਼ਨ 'ਚ ਤੁਹਾਨੂੰ ਪੁੱਛੇ ਜਾਂਦੇ ਆ। ਤੇ ਕੁਝ ਵੀ ਪੁੱਛਣ, ਤੁਸੀਂ ਜਮਾਂ ਇੱਕ ਅੱਖਰ ਦਾ ਵੀ ਜਵਾਬ ਨਹੀਂ ਦੇਣਾ। ਜਿੱਦਾਂ ਮੰਨ ਲਓ ਮੈਥੋਂ ਮੇਰਾ ਨਾਂ ਪੁੱਛਿਆ ਤਾਂ ਮੈਂ ਕਹਾਂ ਮਨਵੀਨ, ਇੱਦਾਂ ਵੀ ਨਹੀਂ। ਇੱਕ ਲਾਈਨ 'ਚ ਪੂਰਾ ਵਧੀਆ ਤਰੀਕੇ ਨਾਲ ਜਵਾਬ ਦੇਣਾ, ਪਰ 2-3 ਲਾਈਨਾਂ ਦਾ ਜਵਾਬ ਹੋਣਾ ਚਾਹੀਦਾ। ਉਹ ਤੋਂ ਲੰਬਾ ਵੀ ਜਵਾਬ ਅਸੀਂ ਨਹੀਂ ਦੇਣਾ। ਠੀਕ ਹੈ ਜੀ। ਫਿਰ ਇੰਟਰੋਡਕਸ਼ਨ ਤੋਂ ਬਾਅਦ 'ਚੋਂ ਆ ਜਾਂਦੀ ਕਿਊ ਕਾਰਡ ਦੀ ਵਾਰੀ। ਹੁਣ ਕਿਊ ਕਾਰਡ 'ਚ ਕੀ ਹੁੰਦਾ ਕਿ ਜਿਹੜਾ ਐਗਜ਼ਾਮੀਨਰ ਆ ਉਹ ਤੁਹਾਨੂੰ ਕਿਊ ਕਾਰਡ ਫੜਾ ਦਿੰਦਾ ਆ, ਐਂਡ 1 ਮਿੰਟ ਕਿਊ ਕਾਰਡ 'ਚ ਕੋਈ ਵੀ ਪ੍ਰਸ਼ਨ ਲਿਖਿਆ ਹੁੰਦਾ। ਠੀਕ ਹੈ ਜੀ। ਫਿਰ ਤੁਹਾਨੂੰ ਉਹ 1 ਮਿੰਟ ਦਿੰਦੇ ਆ ਉਸ ਕਿਊ ਕਾਰਡ ਦੀ ਤਿਆਰੀ ਕਰਨ ਲਈ। ਉਹਦੇ ਵਿੱਚ ਤੁਸੀਂ ਇੱਕ ਪੈਨਸਿਲ, ਜਾਂ ਐਗਜ਼ਾਮੀਨਰ ਤੁਹਾਨੂੰ ਕਈ ਵਾਰੀ ਸ਼ੀਟ ਵੀ ਫੜਾ ਦਿੰਦਾ ਆ, ਉੱਥੇ ਤੁਸੀਂ ਆਪਣੇ ਪੁਆਇੰਟਸ ਵੀ ਲਿਖ ਸਕਦੇ ਆ। ਤੇ ਉਹ 1 ਮਿੰਟ ਲਈ ਤੁਸੀਂ ਆਪਣੀ ਕਿਊ ਕਾਰਡ ਦੀ ਤਿਆਰੀ ਕਰ ਲੈਂਦੇ ਹੋ ਵੀ ਤੁਸੀਂ ਉਹ 'ਚ ਕੀ ਕੀ ਬੋਲਣਾ, ਕਿੱਦਾਂ ਬੋਲਣਾ। ਠੀਕ ਆ। ਫਿਰ ਤੁਹਾਨੂੰ 2 ਮਿੰਟ ਦਿੱਤੇ ਜਾਂਦੇ ਆ ਬੋਲਣ ਲਈ। ਉਹ 2 ਮਿੰਟ ਤੁਸੀਂ ਲਗਾਤਾਰ ਆਪਣੇ ਕਿਊ ਕਾਰਡ ਬਾਰੇ ਬੋਲਣਾ ਹੁੰਦਾ। ਕਈ ਵਾਰੀ ਐਗਜ਼ਾਮੀਨਰ ਤੁਹਾਨੂੰ ਪਹਿਲਾਂ ਵੀ ਚੁੱਪ ਕਰਾ ਸਕਦਾ, ਜੇ ਉਹਨੂੰ ਲੱਗੇ ਉਹ ਵੀ ਉਹਨੇ ਪਹਿਲਾਂ ਜੱਜ ਕਰ ਲਿਆ ਤੁਹਾਡੀ ਸਪੀਕਿੰਗ ਕਿਹੋ ਜਿਹੀ ਹੈ। ਠੀਕ ਆ। ਤੇ ਕਿਊ ਕਾਰਡ ਤੋਂ ਬਾਅਦ ਜਿਹੜਾ ਤੀਜਾ ਹਿੱਸਾ ਉਹ ਆ ਜੀ ਡਿਸਕਸ਼ਨ ਬਾਰੇ। ਹੁਣ ਡਿਸਕਸ਼ਨ 'ਚ ਕੀ ਹੁੰਦਾ, ਇਹਦੇ ਵਿੱਚ ਜੋ ਵੀ ਤੁਹਾਨੂੰ ਪੁੱਛਣੇ ਇਹ 'ਚ ਪ੍ਰਸ਼ਨ ਹੀ ਆ ਇੰਟਰੋਡਕਸ਼ਨ ਵਾਂਗੂ, ਪਰ ਉਹ ਡਿਸਕਸ਼ਨ ਦੇ ਵਿੱਚ ਜਿਹੜੇ ਪ੍ਰਸ਼ਨ ਆ ਉਹਨਾਂ ਦਾ ਜਵਾਬ ਤੁਸੀਂ 4 ਤੋਂ 5 ਲਾਈਨਾਂ ਵਿੱਚ ਦੇਣਾ ਹੁੰਦਾ। ਇਹ 'ਚ ਤੁਸੀਂ ਡਿਸਕਸ਼ਨ ਕਰਦੇ ਹੋ, ਤੇ ਡਿਸਕਸ਼ਨ ਕਾਹਤੇ ਕਰਦੇ ਹੋ, ਕਿਊ ਕਾਰਡ 'ਤੇ। ਜਿਹੜਾ ਤੁਹਾਨੂੰ ਕਿਊ ਕਾਰਡ ਦਿੱਤਾ ਹੁੰਦਾ ਉਹਦੇ ਨਾਲ ਮਿਲੇ ਜੁਲੇ ਸਵਾਲ ਹੀ ਤੁਹਾਨੂੰ ਇਹਦੇ ਵਿੱਚ ਐਗਜ਼ਾਮੀਨਰ ਪੁੱਛਦਾ ਆ, ਤੇ ਉਹ ਸਵਾਲਾਂ ਉੱਤੇ ਤੁਸੀਂ ਆਪਣੀ ਰਾਏ ਦੇਣੀ ਹੁੰਦੀ ਆ 4-5 ਲਾਈਨਾਂ 'ਚ। ਹਾਂਜੀ ਜੀ, ਉਸ ਤੋਂ ਵੱਧ ਨਹੀਂ ਬੋਲਣਾ। ਠੀਕ ਆ। ਤੇ ਇਹ ਹੋ ਗਈ ਸਾਡੀ ਸਪੀਕਿੰਗ। ਮੈਨੂੰ ਉਮੀਦ ਆ ਤੁਹਾਨੂੰ ਇਹ ਸਾਰਾ ਸਮਝ ਲੱਗ ਗਿਆ ਹੋਊਗਾ ਸਪੀਕਿੰਗ 'ਚ ਕੀ ਹੁੰਦਾ ਆ ਜੀ, ਤੇ ਆਪਣਾ ਰਾਈਟਿੰਗ ਕਿੱਦਾਂ ਕਰਨੀ ਆ, ਰੀਡਿੰਗ 'ਚ ਕੀ ਹੁੰਦਾ ਆ, ਕਿੰਨਾ ਸਮਾਂ ਦਿੱਤਾ ਜਾਂਦਾ, ਕਿਵੇਂ ਤੁਸੀਂ ਉਹਨੂੰ
ਲਾਈਕ ਕਰਨਾ ਆ ਤੇ ਲਿਸਨਿੰਗ ਵੀ ਤੁਹਾਨੂੰ ਸਮਝ ਲੱਗ ਗਈ ਹੋਊਗੀ। ਤੇ ਇਹ 4 ਆ ਜੀ ਮੋਡਿਊਲ ਆਇਲਸ ਦੇ। ਬਸ ਇਹ 4 ਹਿੱਸਿਆਂ ਵਿੱਚ ਵੰਡਿਆ ਜਾਂਦਾ, 4 9 ਬੈਂਡ ਵਾਲੀ ਹੁੰਦੇ ਆ। ਤੇ ਇਹ 9 ਬੈਂਡਸ 4 ਦੇ 9 ਚੋਂ ਜਿੰਨੇ ਤੁਹਾਡੇ ਬੈਂਡ ਹੋਣ ਉਹ ਮਿਲਾ ਕੇ ਤੁਹਾਨੂੰ ਓਵਰਆਲ ਇੱਕ 9 ਬੈਂਡ ਚੋਂ ਤੁਹਾਡੇ ਬੈਂਡ ਦਿੱਤੇ ਜਾਂਦੇ ਆ। ਤਾਂ ਤੁਸੀਂ ਇਹਨਾਂ 4 ਮੋਡਿਊਲਾਂ ਦੀ ਚੰਗੀ ਤਰ੍ਹਾਂ ਤਿਆਰੀ ਕਰਨੀ ਆ ਜੀ। ਤੇ ਕੱਲ ਅਸੀਂ ਸ਼ੁਰੂ ਕਰਾਂਗੇ ਲਿਸਨਿੰਗ ਤੋਂ, ਕਿ ਲਿਸਨਿੰਗ ਦੀ ਤਿਆਰੀ ਕਰਾਂਗੇ। ਲਿਸਨਿੰਗ ਕਿੱਦਾਂ ਕਰਨੀ ਹੈ ਮੈਂ ਉਹ ਤੁਹਾਨੂੰ ਦੱਸੂਗੀ ਜੀ। ਤੇ ਉਸ ਤੋਂ ਬਾਅਦ ਆਪਾਂ ਫਿਰ ਵੇਖਾਂਗੇ ਲਿਸਨਿੰਗ ਨੂੰ ਵਧੀਆ ਕਰਨ ਲਈ ਤੁਸੀਂ ਕੀ ਟਿਪਸ ਟ੍ਰਿਕਸ ਯੂਜ਼ ਕਰ ਸਕਦੇ ਆ, ਜਾਂ ਜੋ ਵੀ ਆ ਉਹ ਆਪਾਂ ਅਗਲੀ ਵੀਡੀਓ ਵਿੱਚ ਡਿਸਕਸ ਕਰਾਂਗੇ। ਮੈਨੂੰ ਉਮੀਦ ਆ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ। ਜੇ ਤੁਹਾਨੂੰ ਚੰਗੀ ਲੱਗੇ ਹੋਵੇ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ, ਲਾਈਕ ਕਰੋ। ਤੇ ਜਿਹੜੇ ਵੀ ਕੋਈ ਆਇਲਸ ਦੀ ਤਿਆਰੀ ਕਰ ਰਿਹਾ ਤੁਹਾਨੂੰ ਲੱਗਦਾ ਵੀ ਇਹ ਵੀਡੀਓ ਉਹਨਾਂ ਲਈ ਮਦਦਗਾਰ ਹੋਊਗੀ ਤੇ ਉਹਨਾਂ ਨਾਲ ਵੀ ਇਹਨੂੰ ਸ਼ੇਅਰ ਕਰੋ। ਧੰਨਵਾਦ ਜੀ ਬਹੁਤ ਬਹੁਤ।